ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿਖੇ ਸਾਹਿਬ ਸਤਿਗੁਰੂ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਸੋਮੇ, ਬਾਣੀ ਦੇ ਬੋਹਿਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰੂ ਜੀ ਦੀ ਪਾਵਨ ਸ਼ਹੀਦੀਆਂ ਨੂੰ ਕੋਟਾਨ ਕੋਟ ਨਮਸਕਾਰ ਕਰਦੇ ਹਾਂ। ਆਪਾਂ ਸਾਰੇ ਗੁਰੂ ਜੀ ਦੀ ਹਜ਼ੂਰੀ ਵਿੱਚ ਜੁੜੇ ਹਾਂ। ਸਤਿਗੁਰੂ ਜੀ ਨੇ ਬੇਅੰਤ ਬਖਸ਼ਿਸ਼ ਕੀਤੀ ਹੈ ਸਮੂਹ ਸੰਗਤਾਂ ਤੇ, ਜਿਨ੍ਹਾਂ ਨੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੀ ਸੇਵਾ ਵਿੱਚ ਹਿੱਸਾ ਲਿਆ ਹੈ। ਸਭਨਾ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ, ਕਿਉਂਕਿ ਸਤਿਗੁਰੂ ਜੀ ਆਪ ਹੀ ਬਖਸ਼ਿਸ਼ ਕਰਕੇ ਇਹ ਸੇਵਾਵਾਂ ਲੈ ਲੈਂਦੇ ਹਨ। ਆਪਾਂ ਜਦੋਂ ਗੁਰੂ ਅਰਜਨ ਦੇਵ ਜੀ ਦੇ ਜੀਵਨ ਬਾਰੇ ਪੜ੍ਹਦੇ ਹਾਂ ਤੇ ਉਹਨਾਂ ਵਾਸਤੇ ਆਪਾਂ ਇੱਕ ਲਫ਼ਜ਼ ਵਰਤਦੇ ਹਾਂ, ਸ਼ਹੀਦਾਂ ਦੇ ਸਿਰਤਾਜ, ਭਾਵ ਕਿ ਸ਼੍ਰੋਮਣੀ। ਸ਼੍ਰੋਮਣੀ ਤੋਂ ਭਾਵ ਹੈ ਸਭ ਤੋਂ ਉੱਚਾ, ਤੇ ਉਸ ਸਿਰਤਾਜ ਨੇ ਸਭ ਤੋਂ ਉੱਚੇ ਨੇ ਸ਼ਹੀਦਾਂ ਦੇ। ਤੇ ਸਿਰਤਾਜ ਉਹਨਾਂ ਨੂੰ ਕਿਉਂ ਆਖਿਆ ਗਿਆ ਹੈ? ਕਿਉਂਕਿ ਹੋਰ ਜਿਤਨੇ ਵੀ ਜਿਸ ਵੀ ਧਰਮ ਵਿੱਚ ਸ਼ਹੀਦ ਹੋਏ ਹਨ, ਉਹਨਾਂ ਨੂੰ ਜ਼ਿੰਦਗੀ ਆਫਰ ਨਹੀਂ ਕੀਤੀ ਗਈ। ਜ਼ਿੰਦਗੀ ਆਫਰ ਕੀਤੀ ਗਈ ਗੁਰੂ ਅਰਜਨ ਪਾਤਸ਼ਾਹ ਜੀ ਨੂੰ। ਕਿਹੜੀ ਜ਼ਿੰਦਗੀ? ਕਿ ਜੇਕਰ ਤੁਸੀਂ ਮੁਸਲਮਾਨ ਧਰਮ ਕਬੂਲ ਕਰ ਲੈਂਦੇ ਹੋ ਤੇ ਤੁਹਾਡੀ ਜਾਨ ਬਖਸ਼ ਦਿੱਤੀ ਜਾਵੇਗੀ। ਪਰ ਸਤਿਗੁਰੂ ਜੀ ਨੇ ਕਿਹੜਾ ਰਸਤਾ ਚੁਣਿਆ? ਸ਼ਹੀਦ ਹੋਣ ਦਾ ਰਸਤਾ। ਕਿਹਨਾਂ ਦੇ ਲਈ? ਸਾਡੇ ਲਈ। ਸਾਡੇ ਜੀਵਨ ਨੂੰ ਉਹਨਾਂ ਨੇ ਇੱਕ ਸੰਦੇਸ਼ ਦਿੱਤਾ ਹੈ ਕਿ ਸਾਡੇ ਜੀਵਨ ਵਿੱਚ ਜਿਹੜੇ ਵਿਸ਼ੇ ਵਿਕਾਰ ਹਨ ਨਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਦੇ ਉੱਪਰ ਤੂੰ ਆਪਣਾ ਕਬਜ਼ਾ ਕਰਨਾ ਹੈ, ਇਹਨਾਂ ਦੇ ਉੱਪਰ ਕੰਟਰੋਲ ਕਰਨਾ ਹੈ। ਕਿਵੇਂ? ਸਤਿਗੁਰੂ ਜੀ ਆਖਦੇ ਹਨ ਕਿ ਤੂੰ ਜਿਨ੍ਹਾਂ ਪੰਜਾਂ ਦੇ ਹੱਥੇ ਰੋਜ਼ਾਨਾ ਠੱਗਿਆ ਜਾਂਦਾ ਹੈ ਤੇ ਸਤਿਗੁਰੂ ਜੀ ਦੇ ਨਾਲ ਜੁੜ। ਸਤਿਗੁਰੂ ਜੀ ਕੀ ਕਰਨਗੇ ਤੇਰੇ ਜੀਵਨ ਵਿੱਚ? ਤੈਨੂੰ 5 ਚੀਜ਼ਾਂ ਹੋਰ ਬਖਸ਼ਿਸ਼ ਕਰਨਗੇ। ਕਿਹੜੀਆਂ? ਸਤ, ਸੰਤੋਖ, ਦਇਆ, ਧਰਮ ਤੇ ਧੀਰਜ। ਤੇ ਸਾਧ ਸੰਗਤ, ਜਿਸ ਮਨੁੱਖ ਦੇ ਜੀਵਨ ਵਿੱਚ ਇਹ 5 ਚੀਜ਼ਾਂ ਆ ਜਾਣ ਨਾ, ਉਸ ਦਾ ਜੀਵਨ ਸਫਲ ਹੋ ਜਾਂਦਾ ਹੈ। ਸਤ, ਸੰਤੋਖ, ਦਇਆ, ਧਰਮ ਅਤੇ ਧੀਰਜ। ਇਹ ਮਿਲਣਾ ਕਿੱਥੋਂ ਹੈ? ਗੁਰੂ ਜੀ ਦੇ ਨਾਲ ਜੁੜਨ ਤੋਂ। ਤੇ ਜਿਸ ਗੁਰੂ ਜੀ ਦਾ ਆਪਾਂ ਅੱਜ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਨਾ, ਸਮਰਪਿਤ ਆਪਾਂ ਨਮਸਕਾਰ ਕਰ ਰਹੇ ਹਾਂ, ਉਹਨਾਂ ਗੁਰੂ ਸਾਹਿਬਾਂ ਦਾ ਇੱਕ ਫਰਮਾਨ ਹੈ। ਅੱਜ ਆਪਾਂ ਸੰਸਾਰ ਵਿੱਚ ਦੇਖਦੇ ਹਾਂ ਬਹੁਤ ਸਾਰੇ ਕਲੇਸ਼ ਹਨ, ਇੱਕ ਦੂਜੇ ਨੂੰ ਅਸੀਂ ਦੇਖ ਕੇ ਖੁਸ਼ ਨਹੀਂ ਹੁੰਦੇ ਹਾਂ। ਤੇ ਜਦੋਂ ਗੁਰੂ ਸਾਹਿਬ ਜੀ ਤੱਤੀ ਤਵੀ ਤੇ ਬੈਠੇ ਨਾ, ਤੇ ਸਾਈਂ ਮੀਆਂ ਮੀਰ ਜੀ ਆਖਣ ਲੱਗੇ, ਕਹਿੰਦੇ ਪਾਤਸ਼ਾਹ ਇਹ ਕਿਹੜਾ ਭਾਣਾ ਹੈ? ਤੁਸੀਂ ਇੱਕ ਵਾਰੀ ਹੁਕਮ ਤੇ ਕਰੋ, ਮੈਂ ਇਹਨਾਂ ਦੀ ਇੱਟ ਨਾਲ ਇੱਟ ਖੜਕਾ ਦਿਆਂਗਾ। ਤੇ ਪਾਤਸ਼ਾਹ ਜੀ ਦੇ ਪਤਾ ਕੀ ਬਚਨ ਸਨ? ਕਿ ਸਾਈਂ ਜੀ, ਦੁਸ਼ਮਣ ਕੌਣ ਹੈ? ਸਾਰੇ ਤੇ ਆਪਣੇ ਨੇ, ਦੁਸ਼ਮਣ ਕੌਣ ਹੈ? ਆਪਾਂ ਗੁਰਬਾਣੀ ਦਾ, ਗੁਰੂ ਸਾਹਿਬ ਜੀ ਦਾ ਪਾਵਨ ਪਵਿੱਤਰ ਬਚਨ ਸਰਵਣ ਕਰਦੇ ਹਾਂ ਨਾ, ਸਭ ਕੋ ਮੀਤ ਹਮ ਆਪਨ ਕੀਨਾ। ਕਿ ਮੈਂ ਸਾਰਿਆਂ ਨੂੰ ਤੇ ਮੈਂ ਆਪਣਾ ਬਣਾਇਆ ਹੋਇਆ ਹੈ ਤੇ ਮੈਂ ਵੀ ਸਾਰਿਆਂ ਦਾ ਹੈ। ਹਮ ਸਮਝਣਾ ਕੇ ਸਾਜਨ। ਤੇ ਫਿਰ ਬਿਗਾਨਾ ਕੌਣ ਹੋਇਆ? ਬਿਗਾਨਾ ਤੇ ਕੋਈ ਹੈ ਹੀ ਨਹੀਂ। ਬੁਰਾ ਭਲਾ ਕਹੋ ਕਿਸਨੋਂ ਕਹੀਏ, ਸਗਲੇ ਜੀ ਤੁਮਾਰੇ। ਕਿ ਸਾਰੇ ਤੇ ਉਸ ਅਕਾਲ ਪੁਰਖ ਦੇ ਬੱਚੇ ਹਾਂ ਤੇ ਬੁਰਾ ਤੇ ਭਲਾ ਤੇ ਕੋਈ ਹੈ ਹੀ ਨਹੀਂ। ਪਰ ਸਾਡੇ ਜੀਵਨ ਵਿੱਚ ਉਹ ਗੱਲਾਂ ਨਹੀਂ ਆਉਂਦੀਆਂ। ਕਿਉਂ? ਸਾਡੇ ਜੀਵਨ ਵਿੱਚ ਸਤ, ਸੰਤੋਖ, ਦਇਆ, ਧਰਮ, ਧੀਰਜ ਇਹ ਚੀਜ਼ ਨਹੀਂ ਹਨ। ਸਤਿਗੁਰੂ ਜੀ ਦਾ ਇੱਕ ਬਹੁਤ ਸੋਹਣਾ ਸ਼ਬਦ ਹੈ, ਸਮਾਂ ਵੀ ਹੋ ਚੁੱਕਿਆ ਹੈ। ਕਦੇ ਉਸ ਸ਼ਬਦ ਨੂੰ ਆਸਾ ਰਾਗ ਵਿੱਚ ਆਸਾ ਰਾਗ ਦਾ ਸ਼ਬਦ ਹੈ, ਪੰਚ ਮਨਾਏ ਪੰਚ ਰੁਸਾਏ। ਕਹਿੰਦੇ ਤੂੰ ਪੰਚਾਂ ਨੂੰ ਮਨਾਉਂਦਾ ਹੈ, ਪੰਚਾਂ ਨੂੰ ਰੁਸਾ ਦਿੰਦਾ ਹੈ। ਪੰਚ ਕਿਹੜੇ ਨੇ? ਜਿਨ੍ਹਾਂ ਨੂੰ ਮਨਾਉਣਾ ਸੀ ਉਹਨਾਂ ਨੂੰ ਤੇ ਮਨਾਇਆ ਨਹੀਂ, ਤੇ ਜਿਨ੍ਹਾਂ ਤੋਂ ਦੂਰ ਹੋਣਾ ਸੀ ਉਹਨਾਂ ਤੋਂ ਦੂਰ ਹੋ ਗਿਆ।
ਮਨਾਣਾ ਕਿਸ ਨੂੰ ਸੀ? ਗੁਰੂ ਦੇ ਚਰਨਾਂ ਵਿੱਚ ਆ ਕੇ, ਸੰਗਤ ਵਿੱਚ ਜੁੜ ਕੇ, ਸ਼ਬਦ ਕੀਰਤਨ ਸਰਵਣ ਕਰਕੇ, ਆਪਣੇ ਜੀਵਨ ਵਿੱਚ ਅੱਛੇ ਗੁਣ ਪੈਦਾ ਕਰਕੇ, ਉਹ ਗੁਣ ਸਾਨੂੰ ਗੁਰੂ ਜੀ ਦੀ ਗੋਦ ਤੋਂ ਮਿਲਨੇ ਹਨ। ਜਿਹੜੇ ਪੰਜ ਕਿਹੜੇ ਮਨਾਉਣੇ ਸਨ? ਸਤ, ਸੰਤੋਖ, ਦਇਆ, ਧਰਮ, ਧੀਰਜ। ਤੇ ਦੂਰ ਕਿਹਨਾਂ ਤੋਂ ਹੋਣਾ ਸੀ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਗੁਰਬਾਣੀ ਦੀ ਜਿਹੜੀ ਹੈ ਨਾ, ਤੇ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਜੀ ਨੇ ਤਾਂ ਸਾਨੂੰ ਇੱਕ ਖਜ਼ਾਨਾ ਬਖਸ਼ਿਸ਼ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ। ਤੇ ਉਸ ਗੁਰੂ ਜੀ ਦੇ ਅੱਗੇ ਸਾਰੀ ਸੰਗਤ ਨੇ ਇਹੀ ਅਰਦਾਸ ਕਰਨੀ ਹੈ। ਸਰਬੱਤ ਸੰਗਤਾਂ ਦਾ, ਸੇਵਾਦਾਰਾਂ ਦਾ ਕੋਟਾਨ ਕੋਟ ਸ਼ੁਕਰ ਹੈ, ਕਿਉਂਕਿ ਆਪਾਂ ਸਾਰੇ ਰਲ ਕੇ ਇੱਕ ਪਰਿਵਾਰ ਦੀ ਤਰ੍ਹਾਂ ਗੁਰੂ ਦੀ ਗੋਦ ਵਿੱਚ ਜੋ ਜੁੜਦੇ ਹਾਂ ਨਾ, ਤੇ ਗੁਰੂ ਜੀ ਬਹੁਤ ਖੁਸ਼ ਹੁੰਦੇ ਹਨ। ਤੇ ਇਹ ਸਮਾਂ ਐਸਾ ਚੱਲ ਰਿਹਾ ਹੈ, ਅੱਜ ਅਸੀਂ ਗੁਰੂ ਦੀ ਸੰਗਤ ਵਿੱਚ ਆ ਕੇ ਜੁੜਤੇ ਰਹੇ ਹਾਂ। ਤੇ ਸਾਰੀ ਸੰਗਤ ਨੇ ਇਹੀ ਅਰਦਾਸ ਕਰਨੀ ਹੈ ਕਿ ਪਾਤਸ਼ਾਹ ਜੀ ਇੱਕ ਵਾਰੀ ਫਿਰ ਤੋਂ ਸਾਰੀ ਸੰਗਤ ਇੱਕ ਮਿਕ ਹੋ ਕੇ ਸਰਬੱਤ ਦੇ ਭਲੇ ਲਈ ਜੁੜਨ ਵਾਸਤੇ ਅਰਦਾਸ ਕਰ ਸਕੀਏ, ਗੁਰੂ ਦੀ ਗੋਦ ਵਿੱਚ ਆ ਕੇ ਬੈਠ ਸਕੀਏ। ਤੇ ਇਸੇ ਤਰ੍ਹਾਂ ਸਾਡਾ ਜੀਵਨ ਇਹ ਵੀ ਲੋਕ ਵੀ ਸੁਖੀ ਹੋ ਜਾਵੇ, ਪਰ ਲੋਕ ਵੀ ਸੁਹੇਲਾ ਹੋ ਜਾਵੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਜੀ, ਗੁਰੂ ਪਿਆਰੀ ਸਾਧ ਸੰਗਤ ਜੀਓ, ਆਸਟ੍ਰੇਲੀਅਨ ਸਰਕਾਰ ਵੱਲੋਂ ਅਜੇ ਜਿਹੜੇ ਸੰਗਤ ਦੇ ਪ੍ਰਾਣੀ 10 ਪ੍ਰਾਣੀ ਸੰਗਤ ਵਿੱਚ ਹਾਜ਼ਰੀਆਂ ਭਰ ਸਕਦੇ ਹਨ। ਤੇ ਜਿਵੇਂ ਜਿਵੇਂ ਸਰਕਾਰ ਵੱਲੋਂ ਸਾਨੂੰ ਛੂਟ ਦਿੱਤੀ ਜਾਏਗੀ ਆਪ ਜੀ ਦੇ ਨਾਲ, ਉਹ ਵੀ ਸਾਂਝੀ ਕਰ ਦਿੱਤੀ ਜਾਏਗੀ ਗੱਲ, ਮੈਸੇਜ ਦੇ ਰਾਹੀਂ, ਫੇਸਬੁੱਕ ਦੇ ਰਾਹੀਂ ਜਾਂ ਵਟਸਐਪ ਦੇ ਗਰੁੱਪ ਦੇ ਰਾਹੀਂ ਆਪ ਸਾਰਿਆਂ ਨੂੰ ਦੱਸ ਦਿੱਤਾ ਜਾਏਗਾ। ਆਪ ਸਾਰੀਆਂ ਸੰਗਤਾਂ ਨੇ ਬਹੁਤ ਸਹਿਯੋਗ ਦਿੱਤਾ ਹੈ ਅਤੇ ਆਸ ਕਰਦੇ ਹਾਂ ਹੋਰ ਵੀ ਸਹਿਯੋਗ ਦਿਓਗੇ, ਕਿਉਂਕਿ ਸੰਗਤਾਂ ਦੇ ਸਹਿਯੋਗ ਨਾਲ ਹੀ ਸਾਰੇ ਉਪਰਾਲੇ ਹੁੰਦੇ ਹਨ। ਆਪ ਸਾਰੀਆਂ ਸੰਗਤਾਂ ਦਾ ਕੋਟਾਨ ਕੋਟ ਸ਼ੁਕਰ ਹੈ। ਗੁਰੂ ਘਰ ਵਿੱਚ ਜੁੜੀਏ, ਗੁਰੂ ਘਰ ਦੇ ਵਿੱਚ ਆ ਕੇ, ਗੁਰਦੁਆਰਾ ਸਾਹਿਬ ਆ ਕੇ ਆਪਾਂ ਹਾਜ਼ਰੀਆਂ ਭਰੀਏ, ਸਰਬੱਤ ਦੇ ਭਲੇ ਲਈ ਜ਼ਰੂਰ ਅਰਦਾਸ ਕਰਿਆ ਕਰੀਏ, ਕਿਉਂਕਿ ਜਦੋਂ ਅਸੀਂ ਸਰਬੱਤ ਦੇ ਭਲੇ ਲਈ ਅਰਦਾਸ ਕਰਦੇ ਹਾਂ ਨਾ, ਤੇ ਉਸ ਦੇ ਵਿੱਚ ਆਪਾਂ ਵੀ ਆ ਜਾਂਦੇ ਹਾਂ। ਇਸ ਕਰਕੇ ਸਰਬੱਤ ਦੇ ਭਲੇ ਲਈ ਜ਼ਰੂਰ ਅਰਦਾਸ ਕਰਿਆ ਕਰੀਏ, ਕਿਉਂਕਿ ਗੁਰੂ ਸਾਹਿਬ ਜੀ ਨੇ ਸਾਨੂੰ ਫਰਮਾਨ ਵੀ ਬਖਸ਼ਿਸ਼ ਕੀਤਾ ਹੈ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ। ਨਾਇਕ ਤੋਂ ਭਾਵ ਹੈ ਜਿਹੜਾ ਸਾਡੇ ਜੀਵਨ ਦੀ ਅਗਵਾਈ ਕਰਦਾ ਹੈ। ਤੇ ਗੁਰੂ ਸਾਡੇ ਜੀਵਨ ਦੀ ਅਗਵਾਈ ਕਰੇ, ਇਸ ਤੋਂ ਵੱਡੀ ਕਿਹੜੀ ਗੱਲ ਹੋ ਸਕਦੀ ਹੈ? ਆਪਾਂ ਕਿਸੇ ਨੂੰ ਆਪਣੇ ਜੀਵਨ ਵਿੱਚ ਆਪਾਂ ਆਖਦੇ ਹਾਂ ਨਾ, ਮੇਰਾ ਰੋਲ ਮਾਡਲ ਇਹ ਹੈ, ਤੇ ਗੁਰੂ ਜੀ ਨੂੰ ਆਖੀਏ, ਗੁਰੂ ਜੀ ਨੂੰ ਰੋਲ ਮਾਡਲ ਬਣਾਈਏ। ਜਦੋਂ ਅਸੀਂ ਗੁਰੂ ਜੀ ਨੂੰ ਰੋਲ ਮਾਡਲ ਬਣਾਵਾਂਗੇ ਨਾ, ਤੇ ਗੁਰੂ ਜੀ ਨੇ ਆਪਣੇ ਅੱਗੇ ਹੋ ਕੇ ਸਾਡੇ ਜੀਵਨ ਦੀ ਅਗਵਾਈ ਕਰਨੀ ਹੈ। ਕਿਵੇਂ ਕਰਨੀ ਹੈ? ਭਾਈ ਨਾ ਇਸ ਰਸਤੇ ਨਹੀਂ ਜਾਣਾ, ਇਹ ਰਸਤਾ ਤੇਰੇ ਲਈ ਚੰਗਾ ਨਹੀਂ ਹੈ, ਤੂੰ ਇਸ ਪਾਸੇ ਚੱਲ। ਦੁਚਿੱਤਾਪਣ ਸਾਡਾ ਖਤਮ ਹੋਏ। ਸਾਧ ਸੰਗਤ ਕਦੇ ਧਿਆਨ ਦੇਣਾ, ਜਦੋਂ ਸਾਡਾ ਮਨ ਦੁਚਿੱਤਾ ਹੁੰਦਾ ਹੈ, ਦੋ ਪਾਸੇ ਜਾਂਦਾ ਹੈ, ਕਦੇ ਦੇਖਿਆ ਹੈ ਸੜਕ ਤੇ ਕੁੱਤਾ ਭੱਜ ਕੇ ਆਵੇ ਨਾ, ਤੇ ਉਹ ਅੱਧੇ ਰਸਤੇ 'ਚੋਂ ਵਾਪਸ ਮੁੜ ਜਾਂਦਾ ਹੈ ਤੇ ਕਾਰ ਟੱਕਰ ਮਾਰ ਦਿੰਦੀ ਹੈ। ਕਦੇ ਧਿਆਨ ਕਰਨਾ, ਕਿਉਂ? ਦੁਚਿੱਤਾ ਹੋ ਗਿਆ ਹੈ, ਦੁਚਿੱਤਾ ਹੋ ਕੇ ਧੋਖਾ ਖਾ ਗਿਆ ਹੈ। ਤੇ ਜੇਕਰ ਦੁਚਿੱਤਾ ਨਾ ਹੋਵੇ, ਸਿੱਧਾ ਲੰਘ ਜਾਵੇ, ਕਾਰ ਨੇ ਟੱਕਰ ਨਹੀਂ ਮਾਰਨੀ, ਕਿਉਂਕਿ ਉਹ ਉਸ ਟਾਈਮਿੰਗ ਦੇ ਅਨੁਸਾਰ ਚਲਿਆ ਹੈ। ਪਰ ਜਦੋਂ ਅਸੀਂ ਦੁਚਿੱਤਾ ਹੁੰਦੇ ਹਾਂ, ਪਤਾ ਨਹੀਂ ਸਤਿਗੁਰੂ ਜੀ ਨੇ ਮੇਰੀ ਅਰਦਾਸ ਸੁਣਨੀ ਵੀ ਹੈ ਕਿ ਨਹੀਂ ਸੁਣਨੀ ਹੈ। ਪਰ ਸਤਿਗੁਰੂ ਜੀ ਤੇ ਸਾਨੂੰ ਇੱਕ ਦ੍ਰਿੜ ਵਿਸ਼ਵਾਸ ਕਰਾਉਂਦੇ ਹਨ ਨਾ, ਦ੍ਰਿੜ ਵਿਸ਼ਵਾਸ ਕਰਾਉਂਦੇ ਹਨ। ਕਿਹੜਾ? ਜੀ ਕੀ ਏਕੈ ਹੀ ਪੈਮਾਨੀ। ਤੇਰੀ ਅਰਦਾਸ ਇੱਕ ਦੇ ਕੋਰ ਜ਼ਰੂਰ ਪ੍ਰਵਾਨ ਹੋਣੀ ਹੈ। ਪਰ ਕਦੋਂ ਪ੍ਰਵਾਨ ਹੋਣੀ ਹੈ? ਜਦੋਂ ਅਸੀਂ ਆਪਣੇ ਜੀਵਨ ਦੀ ਬਾਗਡੋਰ ਗੁਰੂ ਜੀ ਨੂੰ ਸੌਂਪ ਦੇਵਾਂਗੇ। ਸਾਹਿਬ ਮਿਹਰਮਤ ਕਰਨ, ਸਾਡੀ ਸਾਰਿਆਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰ ਲੈਣ ਜੀ, ਤੇ ਇਹ ਸਾਡੇ ਮਨਾਏ ਹੋਏ ਗੁਰਪੁਰਬ ਸਫਲੇ ਹੋ ਜਾਣ ਜੀ। ਭੁੱਲ ਚੁੱਕ ਦੀ ਖਿਮਾ, ਸਰਬੱਤ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੋਹਿਲਾ ਰਾਗ ਗੌੜੀ ਦੀਪ ਕੀ ਮਹਲਾ ਪਹਿਲਾ। ਇਕ ਓੰਕਾਰ ਸਤਿਗੁਰ ਪ੍ਰਸਾਦ ਜੈ। ਘਰ ਕੀ ਰਤਾਖੀਐ ਕਰਤੇ ਕਾ ਹੋਏ ਵਿਚਾਰੋ। ਤਿਤ ਘਰ ਗਾਵੋ ਸੋਹਿਲਾ ਸਿਵਰਿਓ ਸਿਰਜਣਹਾਰੋ। ਤੁਮ ਗਾਓ ਮੇਰੇ